ਪ੍ਰੈਸ ਦੇ ਵੀਰਾਂ ਨੂੰ ਮੈਂ ਕੁਝ ਐਸੀ ਗੁਫ਼ਤਗੂ ਕਰਨੀ ਚਾਹੁੰਦਾ ਜਿਹੜੀ ਕਿ ਨਾ ਸਿਰਫ ਅੰਮ੍ਰਿਤਸਰ ਲਈ, ਨਾ ਸਿਰਫ ਪੰਜਾਬ ਲਈ, ਪਰ ਪੂਰੇ ਦੇਸ਼ ਦੇ ਲਈ ਅਹਿਮੀਅਤ ਰੱਖਦੀ ਹੈ। ਔਰ ਮੈਨੂੰ ਬੜੀ ਖੁਸ਼ੀ ਹੋਈ ਕਿ ਸੈਂਟਰਲ ਗਵਰਨਮੈਂਟ ਵੱਲੋਂ 5 ਦਿਨ ਪਹਿਲਾਂ ਮੈਂ ਇੱਕ ਬਿਆਨ ਪੜ੍ਹਿਆ ਕਿ ਇੱਥੇ ਸਕੈਨਰ ਆ ਰਹੇ ਆ, ਔਰ ਉਹਨਾਂ ਸਕੈਨਰਾਂ ਦੇ ਆਉਣ ਦਾ ਮਤਲਬ ਇਹ ਹੈ ਕਿ ਜਿਹੜੇ 34 ਦੇਸ਼ ਨੇ ਸਾਡੇ ਨਾਲ ਕਨੈਕਟਡ, ਔਰ ਇੱਥੇ ਅੱਜ 5 ਹੀ ਨੇ, ਉਹਨਾਂ ਦੇ ਨਾਲ ਵਪਾਰ ਦੀ ਇੱਕ ਭੂਮਿਕਾ ਬਣ ਰਹੀ ਹੈ, ਇੱਕ ਟ੍ਰੇਡ ਦੇ ਵਾਸਤੇ ਇੱਕ ਬੇਸ ਬਣਾਇਆ ਜਾ ਰਿਹਾ। ਉਹਦੀ ਸ਼ੁਰੂਆਤ ਹੈ ICP। ਇਹ ਵੈਲਕਮ ਸਟੈਪ ਹੈ। ਮੈਂ ਜਦੋਂ ਦਾ ਅੰਮ੍ਰਿਤਸਰ ਆਇਆ, ਮੇਰਾ ਸਭ ਤੋਂ ਵੱਡਾ ਸੁਪਨਾ ਹੈ, ਔਰ ਮੈਨੂੰ ਪਤਾ ਹੈ ਕਿ ਬਗੈਰ ਮਿਹਨਤ ਕੋਈ ਸ਼ਾਰਟਕਟ ਨਹੀਂ ਹੈ, ਲੇਕਿਨ ਇਹ ਮੇਰਾ ਸ਼ਾਰਟਕਟ ਹੈ ਕਿਉਂਕਿ ਇਹ ਸਾਡੇ ਪੂਰਵਜਾਂ, ਸਾਡੇ ਪੁਰਖਿਆਂ ਦਾ ਟਰਾਈਡ ਐਂਡ ਟੈਸਟਡ ਸਿਲਕਨ ਰੂਟ ਹੈ। ਜਿੱਥੋਂ ਸਾਨੂੰ ਬਰਕਤ ਆਉਂਦੀ ਸੀ, ਉਸ ਸਿਲਕਨ ਰੂਟ ਦੇ ਉੱਤੇ ਤਾਲੇ ਲਾਤੇ ਇਹਨਾਂ ਨੇ। ਮੈਂ ਇਹ ਨਹੀਂ ਕਹਿੰਦਾ ਕਿ ਬੰਦਾ ਚੌਕਸ ਨਾ ਰਹੇ, ਮੈਂ ਨਾ ਕਿਤੇ ਐਸੀ ਟੈਰੀਟਰੀ ਦੇ ਵਿੱਚ ਇਨਕਰੋਚ ਕਰਨਾ ਚਾਹਨਾ ਜਿਹੜੀ ਦੇਸ਼ ਦੀ ਸਿਕਿਉਰਿਟੀ ਦੇ ਨਾਲ ਜੁੜੀ ਹੋਈ ਹੈ, ਲੇਕਿਨ ਮੈਂ ਇਹ ਵੀ ਕਹਿਣਾ ਕਿ ਜਦੋਂ ਵਰਲਡ ਵਾਰ ਹੋਈ 1942 ਚ, ਤੇ ਪੂਰਾ ਯੂਰਪ ਉਸ ਅੱਗ ਦੇ ਵਿੱਚ ਜਲਦਾ ਸੀ, ਸੁਲਗਦਾ ਸੀ। ਫਰਾਂਸ ਵਾਸ ਇਰੇਜ਼ਡ ਟੂ ਦ ਗਰਾਊਂਡ। ਜਰਮਨੀ ਨੇ ਕਰੀਬ ਸਾਰਾ ਯੂਰਪ, ਸਵਿਟਜ਼ਰਲੈਂਡ ਲੈ ਲਓ, ਹੰਗਰੀ ਲੈ ਲਓ, ਸਾਰੇ ਦੇਸ਼ ਮੈਂ ਕਹਿੰਦਾ ਜ਼ਮੀਨ ਤੇ ਲਾਤੇ ਸੀ। ਮੁਸੋਲਿਨੀ, ਐਕਸੈਸ ਪਾਵਰਸ ਅੱਡ ਸੀਗੀਆਂ, ਤੇ 3 ਦੇਸ਼ ਜਾਪਾਨ, ਜਰਮਨੀ ਤੇ ਇਟਲੀ ਅੱਡ ਸੀ, ਤੇ ਤਬਾਹ ਹੋ ਗਿਆ ਸੀ ਸਾਰਾ ਯੂਰਪ। ਤੇ ਜਦੋਂ ਵਰਲਡ ਵਾਰ ਮੁੱਕੀ ਤੇ ਉਹਨਾਂ ਸੋਚਿਆ ਕਿ ਹੁਣ ਇਹ ਰਿਵਾਈਵਲ ਕਿੱਦਾਂ ਹੋਣੀ ਹੈ। ਵਿਦਿਨ ਈਅਰਸ ਇੱਕ ਵੀਜ਼ੇ ਦੇ ਉੱਤੇ ਸਾਰੇ ਬਾਰਡਰ ਖੋਲ ਦਿੱਤੇ ਗਏ। 200 ਸਾਲ ਦਾ ਵਿਕਾਸ 10 ਸਾਲਾਂ 'ਚ ਹੋਇਆ। ਅਗਰ ਕੋਈ ਇੰਗਲੈਂਡ 'ਚੋਂ ਐਂਟਰੀ ਲੈਂਦਾ ਸੀ, ਔਰ ਇੰਗਲੈਂਡ ਐਂਡ ਫਰਾਂਸ ਪੂਰੇ ਐਨ ਆਪਸ ਦੇ ਵਿੱਚ ਭਿੜਦੇ ਸੀ, ਲੇਕਿਨ ਜਦੋਂ ਬਾਰਡਰ ਦੀ ਗੱਲ ਆਉਂਦੀ ਹੈ, ਟ੍ਰੇਡ ਦੀ ਗੱਲ ਆਉਂਦੀ ਹੈ, ਤਜਾਰਤ ਦੀ ਗੱਲ ਆਉਂਦੀ ਹੈ, ਮੈਨ ਟੂ ਮੈਨ, ਪੀਪਲ ਟੂ ਪੀਪਲ ਕੰਟੈਕਟ ਦੀ ਗੱਲ ਆਉਂਦੀ ਹੈ। ਦੇਖੋ 50,000 ਬੰਦਾ ਹੋ ਕੇ ਗਿਆ ਇੱਥੇ, 50,000 ਬੰਦਾ ਅੱਜ ਇੱਥੇ ਹੋ ਕੇ ਗਿਆ। ਸ੍ਰੀ ਅੰਮ੍ਰਿਤਸਰ ਸਾਹਿਬ ਕਰੀਬ 1 ਲੱਖ ਬੰਦਾ ਦਰਬਾਰ ਸਾਹਿਬ ਆਉਂਦਾ। ਜੇ ਉਹਨਾਂ ਚੋਂ 50,000 ਇੱਥੇ ਰੋਕ ਦਿਓ, ਇੱਥੇ ਠਹਿਰ ਜਾਣ, ਤੇ ਇਕਨੋਮੀ ਨੂੰ ਕਿਸੇ ਚੀਜ਼ ਦੀ ਲੋੜ ਹੀ ਹੈ ਨਹੀਂ। ਥੀਸ ਆਰ ਦੀ ਇਨਡਾਇਰੈਕਟ ਬੈਨੀਫਿਟਸ ਆਫ ਇਕਨੋਮੀ ਕਿਸੇ ਵੀ ਸੂਬੇ ਦੇ ਲਈ। ਸੋ ਇਹ ਸਚਦੇਵਾ ਸਾਹਿਬ ਨੂੰ ਮੈਂ ਬਹੁਤ ਮੁਬਾਰਕ ਦਿੰਦਾ ਕਿ ਵਿਦਆਊਟ ਫੇਲ ਸਰਕਾਰ ਵੱਲੋਂ ਇਹ ਹਰ ਸਾਲ ਪਾਈਟੈਕਸ ਦਾ ਮੇਲਾ ਲੱਗਦਾ ਹੈ। ਪਰ ਮੈਂ ਕਹਿੰਦਾ ਕਿ ਜਿਹੜਾ ਪਾਈਟੈਕਸ ਦਾ ਫੈਲਾਅ ਹੈ, ਇਹ ਸਾਡੇ ਸਿਲਕਨ ਰੂਟ ਨੂੰ ਨਾਲ ਲਵੇ। ਇਹ ਪਾਈਟੈਕਸ ਦਾ ਫੈਲਾਅ 34 ਦੇਸ਼ਾਂ ਤੱਕ ਜਾਵੇ। ਕਿਉਂ ਸ੍ਰੀ ਅੰਮ੍ਰਿਤਸਰ ਸਾਹਿਬ, ਪੰਜਾਬ ਔਰ ਲਾਗੇ ਲਾਉਣੇ ਦੇ ਏਰੀਏ ਦਾ ਜਿਹੜਾ ਸਮਾਨ ਹੈ, ਉਹ 2100 ਕਿਲੋਮੀਟਰ ਦੁਬਈ ਤੋਂ ਹੋ ਕੇ ਜਾ ਕੇ ਅਡਾਨੀ ਦੇ ਪੋਰਟ ਤੇ ਖੜੇ ਮੁੱਦਰਾ ਤੇ, ਉਹ 20 ਕਿਲੋਮੀਟਰ ਕਿਉਂ ਨਾ ਜਾਵੇ, ਤੇ ਉਧਰੋਂ ਸਮਾਨ 20 ਕਿਲੋਮੀਟਰ ਇੱਧਰ ਕਿਉਂ ਨਾ ਆਵੇ? ਕੀ ਦਿੱਕਤ ਹੈ, ਕੀ ਪਰੇਸ਼ਾਨੀ ਹੈ? ਇੱਕ ਪੰਥ 2 ਕਾਜ ਨਹੀਂ, ਇੱਕ ਪੰਥ 100 ਕਾਜ। ਬਾਬੇ ਨਾਨਕ ਦਾ ਜਿਹੜਾ ਕੋਰੀਡੋਰ ਹੈ, ਉਸੇ ਕਰਕੇ ਮੈਂ ਕਹਿੰਦਾ ਕਿ ਉਹ ਸਾਡੇ ਤੇ ਸਭ ਤੋਂ ਵੱਡੀ ਬਖਸ਼ਿਸ਼ ਹੈ। 67,000 ਬੰਦਾ ਜਾਇਆ ਆ। ਕੋਈ ਇੱਕ ਅਨਟੂਵਰਡਲੀ ਇਨਸੀਡੈਂਟ ਹੋਇਆ ਤਾਂ ਦੱਸੋ। ਜੇ ਸਾਰੇ ਪਾਸੋਂ ਖੈਰ ਮਕਦਮ ਨਾ ਹੁੰਦਾ ਹੋਵੇ ਤਾਂ ਮੈਨੂੰ ਦੱਸੋ। ਉਹ ਬੈਂਚਮਾਰਕ ਹੈ ਕਿ ਭਾਈ ਤਜਾਰਤ ਹੋਣੀ ਚਾਹੀਦੀ ਹੈ। ਜੇ ਕੰਧਾਂ ਕੱਢਣੀਆਂ, ਤਾਰਾਂ ਕੱਢਣੀਆਂ, ਅੰਨੀਆਂ ਨਾ ਹੁਣ, ਬੂਹੇ ਬਾਰੀਆਂ ਵੀ ਹੋਣ, ਤੇ ਬੂਹੇ ਬਾਰੀਆਂ ਚੋਂ ਲੰਘ ਆਵੇ ਦੋਸਤੀ ਤੇ ਪਿਆਰ, ਤੇ ਸਾਡਾ ਵੱਧਦਾ ਰਵੇ ਯਾਰੋ ਵਣਜ ਵਪਾਰ। ਨਹੀਂ ਯਾਰ, ਤੂੰ ਦੇਖ ਹੁਣ, ਤੂੰ TRP ਨਾ ਕੱਢ ਮਿੱਤਰਾ, ਮੇਰੀ ਗੱਲ ਨੂੰ ਸੁਣ। ਮੈਂ ਸਮਝਦਾ, ਦੇਖੋ ਮੈਂ ਅੱਜ ਪਹਿਲੀ ਸਟਾਰਟ ਹੀ ਇੱਥੋਂ ਕੀਤਾ ਕਿ ਜਿਹੜੇ ਸਕੈਨਰਸ ਨੇ, ਉਹ ਸਕੈਨਰਸ ਉੱਥੋਂ ਇੱਕ ਨਿਊਜ਼ ਆਈ ਹੈ ਕਿ ਉਹ ਸਕੈਨਰ ਸ਼ੁਰੂ ਹੋਣ ਵਾਲੇ। ਦੈਟਸ ਅ ਵੈਲਕਮ ਸਟੈਪ, ਦੈਟਸ ਵਾਟ ਆਈ ਸੈਡ। ਮੈਂ ਕਹਿੰਦਾ
ਕਿ ਅਗਰ ਤੁਸੀਂ ਪੰਜਾਬ ਦੀ ਕਣਕ ਰੱਖਦੇ ਹੋ ਇੱਥੇ, ਐਂਡ ਲਿਸਨ ਟੂ ਦਿਸ ਵੈਰੀ ਕੇਅਰਫੁਲੀ, ਪੰਜਾਬ ਦੀ ਕਣਕ ਦੀ MSP ਕਿਸਾਨ ਦੀ ਇਹਨਾਂ ਨੇ 30 ਸਾਲਾਂ ਦੇ ਵਿੱਚ 1300 ਰੁਪਏ ਵਧਾਈ ਹੈ। ਕਿੰਨੀ? 30 ਸਾਲਾਂ 'ਚ। ਤੇ ਡੀਜ਼ਲ ਵਧਿਆ 25 ਗੁਣਾ ਤੇ MSP ਉਹਦੀ 5 ਗੁਣਾ। ਉਦੋਂ 330 ਰੁਪਏ ਸੀ ਤੇ ਅੱਜ 1700 ਹੈ। ਡੀਜ਼ਲ ਉਦੋਂ 5 ਰੁਪਏ ਸੀ ਤੇ ਅੱਜ 100 ਹੈ। 25 ਗੁਣਾ ਵਧਿਆ। ਕਾਸਟ ਆਫ ਪ੍ਰੋਡਕਸ਼ਨ 25 ਗੁਣਾ ਵਧੀ। ਮੈਂ ਕਹਿੰਦਾ ਮੈਂ ਤੁਹਾਨੂੰ ਇੱਕ ਦਿਨ ਦੇ ਵਿੱਚ 1700 ਦੀ ਕਣਕ ਜਿਹੜੀ ਹੈਗੀ ਹੈ ਉਹ 3000 'ਚ ਵੇਚ ਦੇਣਾ। 3000 'ਚ 3200 ਦੀ ਬਾਸਮਤੀ 7000 'ਚ। ਇਦੋਂ ਵੱਡੀ ਮਾਰਕੀਟ ਤਾਂ ਦੱਸੋ ਮੈਨੂੰ ਯਾਰ, ਵੀ ਇੱਕ ਦਿਨ ਦੇ ਵਿੱਚ 3200 ਤੋਂ 7000। ਮਟਰ 25 ਰੁਪਏ, ਮਟਰ 25 ਰੁਪਏ। ਉਧਰ ਕਦੇ ਟੁੱਟਿਆ ਨਹੀਂ, ਇੱਧਰ 5 ਰੁਪਏ ਕਿਲੋ। ਅਦਰਕ ਇੱਥੇ 22 ਰੁਪਏ ਕਿਲੋ, ਉਧਰ 150। ਸੋਚੋ ਤਾਂ ਸਹੀ। ਮੈਂ ਉਦੋਂ ਵੀ ਵੈਲਕਮ ਕੀਤਾ ਸੀਗਾ ਜਦੋਂ ਵਾਜਪਾਈ ਸਾਹਿਬ ਇੱਥੇ ਆਏ ਸੀ ਤੇ ਉਹਨਾਂ ਨੇ ਉਹ ਅਮਨ ਅਮਾਨ ਦੀ ਬੱਸ ਚਲਾਈ ਸੀ। ਉਹ ਕੀ ਸੀ? ਉਹ ਇਹੀ ਸੀ। ਤੇ ਹੁਣ ਐਗਜ਼ੀਬਿਸ਼ਨ ਸੈਂਟਰ ਹੋਣਾ ਚਾਹੀਦਾ। ਮੈਂ ਜਾਣਾ ਸਿੰਗਾਪੁਰ, ਔਰ ਇੱਥੇ ਇਹ ਥਾਂ ਖਾਲੀ ਪਈ ਆ। ਮੈਂ ਕਹਿੰਦਾ ਜਿੰਨੀ ਮਰਜ਼ੀ ਹੋਵੇ, ਇਹ ਅਸਲ ਲੋਕਾਂ ਦੀਆਂ ਜ਼ਿੰਦਗੀਆਂ ਬਦਲਣ ਦਾ ਤਰੀਕਾ ਹੈ ਕਿ ਭਾਈ ਜਿਹੜਾ ਸ਼ਰਾਰਤੀ ਐਲੀਮੈਂਟ ਹੈ ਉਹ ਤੇ ਪੋਰਸ ਬਾਰਡਰ ਹੈ, ਉੱਥੋਂ ਆਉਂਦਾ ਹੀ ਆਉਂਦਾ, ਉਹਨੂੰ ਕਿਹਨੇ ਰੋਕਣਾ ਹੈ। ਲੇਕਿਨ ਜਿਹੜਾ ਪਾਸਪੋਰਟ ਹੋਲਡਰ ਹੈ ਉਹਨੂੰ ਭਾਵੇਂ ਤੁਸੀਂ ਹੁਸੈਨੀ ਵਾਲਾ ਤੋਂ, ਭਾਵੇਂ ਬੰਗਲਾਦੇਸ਼ ਬਾਰਡਰ ਤੋਂ, ਬੰਗਲਾਦੇਸ਼ ਤੋਂ ਲੈ ਕੇ ਕੱਚ ਪeninsula ਤੱਕ ਬਾਰਡਰ ਖੁੱਲ੍ਹਣੇ ਚਾਹੀਦੇ ਆ। ਬਰਕਤ ਹੀ ਬਰਕਤ ਹੈ। ਮੈਂ ਕਹਿੰਦਾ ਲੋਕਾਂ ਦੀਆਂ ਜ਼ਿੰਦਗੀਆਂ ਬਦਲ ਜਾਣਗੀਆਂ, ਖੁਸ਼ਹਾਲੀ ਆਜੂ। ਇਹ ਪ੍ਰਮਾਣ ਹੈ, ਇਹ ਪਾਈਟੈਕਸ ਦਾ ਮੇਲਾ ਪ੍ਰਮਾਣ ਹੈ ਇਸ ਗੱਲ ਦਾ ਵੀ ਇਹ ਟ੍ਰੇਲਰ ਵੀ ਨਹੀਂ, ਇਹ ਤੇ 5 ਮੁਲਕ ਨੇ। ਤੁਸੀਂ ਇੰਨੀ ਤਰੱਕੀ ਕਰ ਸਕਦੇ ਹੋ। 6 ਮਹੀਨਿਆਂ 'ਚ ਮੇਰਾ ਦਾਅਵਾ ਹੈ, ਮੈਂ ਉਦੋਂ ਦਾ ਕਰਦਾ, ਅੱਜ ਦਾ ਨਹੀਂ ਕਰਦਾ। 6 ਮਹੀਨਿਆਂ 'ਚ ਮੇਰਾ ਦਾਅਵਾ ਹੈ 60 ਸਾਲ ਦੀ ਤਰੱਕੀ ਕਰੂਗਾ ਪੰਜਾਬ ਔਰ ਹਿੰਦੁਸਤਾਨ ਵੀ। ਔਰ ਮਤਲਬ ਵਿਨ ਵਿਨ ਸਿਚੁਏਸ਼ਨ ਫॉर ਆਲ। ਭਾਈ ਤੁਸੀਂ ਕਰਾਚੀ ਬੰਬੇ ਖੁੱਲਾ, ਤੁਸੀਂ ਕਰਾਚੀ ਬੰਬੇ ਖੁੱਲਾ ਰੱਖਿਆ ਤੇ ਫਿਰ ਅੰਮ੍ਰਿਤਸਰ ਲਾਹੌਰ ਕਿਉਂ ਨਹੀਂ? ਇਹ ਕੀ ਹੈ ਭਾਈ? ਸਿੱਧੂ ਸਾਹਿਬ ਰੋਕਦਾ ਕੌਣ ਹੈ ਫਿਰ? ਭਾਈ ਰੋਕਦਾ ਕੌਣ ਹੈ? ਇਹ ਤੇ ਤੁਸੀਂ ਸਵਾਲ ਪੁੱਛੋ ਨਾ। ਮੈਂ ਤੇ ਹਮੇਸ਼ਾ ਹੀ, ਮੈਂ ਤੇ ਉਧਰ ਜਾ ਕੇ ਵੀ ਕਿਹਾ ਸੀ, ਮੈਂ ਤਾਂ ਨਹੀਂ ਕਦੇ ਕਿਹਾ, ਮੈਂ ਤਾਂ ਕਿਹਾ ਪਹਿਲੇ ਦਿਨ ਦਾ ਕਹਿਣਾ। ਮੇਰਾ ਸਵਾਲ ਹੈ ਤੁਹਾਡੇ ਵਿਜ਼ਨ ਨੂੰ ਕੌਣ ਰੋਕ ਰਿਹਾ? ਦੇਖੋ ਜੀ, ਤੁਸੀਂ ਆਪਣੀ TRP ਨਾ ਬਣਾਓ। ਮੇਰਾ ਸਵਾਲ ਮੈਂ ਨਿਆਣਾ ਨਹੀਂ ਆ, ਸਿਆਣਾ। ਵੇਖੋ ਅੱਜ ਦੀ ਗੱਲ ਹੈ ਕਿ ਉਹ ਵੀ ਅੱਜ ਉਹ ਵੀ ਕਹਿ ਰਹੇ ਨੇ ਵੀ ਇਹ ਖੁੱਲਣਾ ਚਾਹੀਦਾ। ਠੀਕ ਹੈ, ਹੁਣ ਕੋਰੀਡੋਰ ਜਿਹੜਾ ਸੀਗਾ ਇੰਨੀ ਦੇਰ ਬਾਅਦ ਕਿਉਂ ਖੁੱਲਿਆ? ਮੈਂ ਤੈਨੂੰ ਸਵਾਲ ਕਰ ਦੂੰ, ਦੱਸ ਮਿੱਤਰਾ। ਉਹੀ ਤੇਰਾ ਜਵਾਬ ਹੈ ਨਾ, ਕਿਸੇ ਨੇ ਨਹੀਂ ਖੁਲਵਾਇਆ, ਬਾਬੇ ਦੀ ਮਿਹਰ ਨੇ ਖੁਲਵਾਇਆ। ਹੁਣ ਇੱਥੇ ਮਿਹਰ ਕਦੋਂ ਹੋਏਗੀ? ਵੇਖੋ ਇਹ ਕੁਛ ਮਿਹਰ ਹੋਈ ਪਈ ਹੈ, 5 ਦੇਸ਼ ਆਏ ਪਏ ਹੈ, ਇਹ ਮਿਹਰ ਹੀ ਹੈ। ਇੱਥੇ ਐਵੇਂ ਥੋੜਾ ਨਾ ਐਡਾ ਵੱਡਾ ਪ੍ਰੈਸ ਜਰਨਲਿਸਟ ਫਿਰਦਾ ਖਿੱਚ ਕਰਦਾ ਆਇਆ ਨਾ ਇੱਥੇ, ਤੇ ਇੱਥੇ ਲੋਕ ਫਿਰਦੇ ਆ ਨਾ। ਇਸੇ ਕਰਕੇ ਇਹ ਗਹਿਮਾ ਗਹਿਮੀ, ਇਹ ਪੀਪਲ ਟੂ ਪੀਪਲ ਕੰਟੈਕਟ, ਇਹ ਤਿਜਾਰਤ, ਇਹ ਮੁਨਾਫੇ, ਇਹ ਇਕਨੋਮਿਕ ਬੈਨੀਫਿਟ ਸਾਨੂੰ ਬਦਲ ਦੂ। ਮੈਂ ਤੁਹਾਨੂੰ ਦੱਸਦਾ, ਦੀ ਸਕੋਪ ਆਫ Indo-Pak trade and these 34 countries is $37 billion US dollars. 275,000 ਕਰੋੜ ਰੁਪਈਆ। ਇਹਨੂੰ ਧਿਆਨ ਨਾਲ ਸੁਣਿਓ, ਤੁਹਾਨੂੰ ਉੱਤਰ ਸਾਰੇ ਮਿਲ ਜਾਣੇ। 275,000 ਕਰੋੜ ਰੁਪਈਆ ਸਕੋਪ ਹੈ। ਇਟ ਇਜ਼ ਕਾਲਡ 37 ਬਿਲੀਅਨ US ਡਾਲਰ। 1 ਬਿਲੀਅਨ 100 ਕਰੋੜ ਦਾ ਹੁੰਦਾ, ਸਮਝਦੇ ਹੋ? ਤੇ ਸਾਨੂੰ ਅਸੀਂ ਸਿਰਫ 3 ਬਿਲੀਅਨ US ਡਾਲਰ ਦਾ ਵਪਾਰ ਕਰ ਰਹੇ ਹਾਂ। ਨੋਟ ਈਵਨ 5%। 5% ਵੀ ਉਸ ਪੋਟੈਂਸ਼ੀਅਲ ਨੂੰ ਅਸੀਂ ਯੂਜ਼ ਨਹੀਂ ਕੀਤਾ। ਤੇ 4000 ਕਰੋੜ ਰੁਪਏ ਦਾ ਪਿਛਲੇ 34 ਮਹੀਨਿਆਂ 'ਚ ਨੁਕਸਾਨ ਹੋ ਚੁੱਕਿਆ ਪੰਜਾਬ ਨੂੰ, ਤੇ 15,000 ਜੌਬਸ ਹੈਵ ਬੀਨ ਲੋਸਟ। ਇਸ ਇਲੈਕਸ਼ਨ ਦਾ ਵੀ ਜੇ ਲਾਅ ਐਂਡ ਆਰਡਰ ਨੂੰ ਛੱਡ ਦਈਏ, ਸਭ ਤੋਂ ਵੱਡਾ ਮੁੱਦਾ ਇੰਪਲੋਇਮੈਂਟ ਹੋਣਾ ਹੈ, ਰਹੇਗਾ। ਔਰ ਮੈਂ ਤੁਹਾਨੂੰ ਗਾਰੰਟੀ ਦਿੰਦਾ ਕਿ ਵਿਦਿਨ ਅ ਸ਼ਾਰਟ ਸਪੈਨ ਆਫ ਟਾਈਮ we will give you a vision. All men have eyes, few have the vision. ਇੱਥੇ ਤੇ ਕੰਮ ਨੂੰ ਵਧਾਉਣ ਦੀ ਬਜਾਏ, ਲਕੀਰਾਂ ਲੰਬੀਆਂ ਕਰਨ ਦੀ ਬਜਾਏ ਦੂਜੇ ਦੀ ਮਟਾਉਣ ਦੀ ਕੋਸ਼ਿਸ਼ ਕਰਦੇ ਆ। ਚਿੱਠੀਆਂ ਵੀ ਲਿਖੀਆਂ ਸੀ ਕੁਲੀਆਂ ਦੇ ਪਰਿਵਾਰ, ਟਰਾਂਸਪੋਰਟਰ, ਬਹੁਤ ਸਾਰੇ ਪਰਿਵਾਰ ਇਸ ਤੋਂ ਅਫੈਕਟਡ ਜਿਹੜੇ ਨੇ ਉਹਨਾਂ ਦੇ। ਕੁਲੀ ਇੱਕ ਛੋਟਾ ਜਿਹਾ ਸਪੈਕ ਹੈ। ਕੁਲੀ ਜਿਹੜੇ ਨੇ ਨਾ, ਇੱਕ ਸਪੈਕ ਹੈ ਛੋਟਾ ਜਿਹਾ। 5000 ਬੰਦੇ ਨੂੰ ਰੋਜ਼ਗਾਰ ਹੈ, ਉਹਨਾਂ ਨੇ ਹੋਰ ਪਾਸੇ ਫਿਰ ਲੱਭਣਾ।
ਲੇਕਿਨ ਮੈਂ ਗੱਲ ਜਿਹੜੀ ਕਰ ਰਿਹਾ ਸਮੁੰਦਰ ਦੀ ਗੱਲ ਕਰ ਰਿਹਾ ਉਹਦੇ ਵਿੱਚ ਉਹ ਬਹੁਤ ਇੰਪੋਰਟੈਂਟ ਪਾਰਟ ਨੇ ਲੇਕਿਨ 34 ਦੇਸ਼ਾਂ ਦਾ ਬੈਨੀਫਿਟ ਹੈ ਮੁਲਕਾਂ ਦਾ ਬੈਨੀਫਿਟ ਹੈ ਇੱਕ ਐਸਾ ਬਾਰਡਰ ਹੈ ਜਿਹੜਾ ਬੰਗਲਾਦੇਸ਼ ਤੋਂ ਲੈ ਕੇ ਕੱਚ ਪੈਨਿਨਸੂਲਾ ਤੱਕ ਹੈ ਆਵਾਮ ਦਾ ਆਮ ਲੋਕਾਂ ਦੀਆਂ ਜ਼ਿੰਦਗੀਆਂ ਬਦਲਣ ਦਾ ਇੱਕ ਜ਼ਰੀਆ ਹੈ ਕੋਰੀਡੋਰ ਦੀ ਵੀ ਗੱਲ ਤੁਰੀ ਸੀ ਕਿ ਕੋਈ ਸਪੈਸ਼ਲ ਕੋਰੀਡੋਰ ਇੱਕ ਜ਼ਰੀਆ ਹੈ ਇਹ ਆਮ ਦੁਨੀਆ ਨੂੰ ਬਦਲਣ ਦਾ ਇੱਕ ਜ਼ਰੀਆ ਹੈ ਇਸ ਕਰਕੇ ਮੈਂ ਫੇਰ ਇਲਤਜਾ ਕਰਦਾ ਪਹਿਲਾਂ ਦਾ ਕਰਦਾ ਆਇਆ ਅੱਜ ਫੇਰ ਇਲਤਜਾ ਕਰਦਾ ਕਿ ਇਹਨਾਂ 34 ਦੇਸ਼ਾਂ ਨੂੰ ਵਪਾਰ ਖੁੱਲ੍ਹਣਾ ਚਾਹੀਦਾ ਹੈ ਸਕੈਨਰ ਲੱਗਣੇ ਚਾਹੀਦੇ ਹੈ ਭਾਵੇਂ ਮੈਂ ਕਹਿ ਸਕਦਾ ਕਿ ਬਹੁਤ ਦੇਰ ਕਰਦੀ ਮਿਹਰਬਾਨ ਆਤੇ ਆਤੇ लेकिन जे देर बाद भी कोई आएगा तो दुरुस्त आएगा और मैं जय जयकार करूंगा पंजाब दे विच बाबे नानक दे फलसफे तो उत्ते कुछ नहीं है ਇਹਦੇ 'ਚ ਸਰਬੱਤ ਦਾ ਭਲਾ ਹੈ ਇਹਦੇ 'ਚ ਹਰੇਕ ਬੰਦਾ ਬੈਨੀਫਿਟ ਕਰੂ ਕੋਈ ਹੋਵੇ ਚਾਹੇ ਮੈਂ ਕਹਿੰਦਾ ਦੁਨੀਆ 'ਚ ਕੋਈ ਬਚੂਗਾ ਨਹੀਂ ਜਿਹਦਾ ਭਲਾ ਨਹੀਂ ਹੋਊਗਾ ਇਟ ਵਿਲ ਬੈਨੀਫਿਟ ਵਨ ਐਂਡ ਆਲ ਦੇਖੋ ਦੀ ਰੋਰਿੰਗ ਇਕਨੋਮੀਜ਼ ਆਫ ਦ ਵਰਲਡ the roaring economies of the world, whether it was Japan, whether it is Germany, whether it is by roaring economy, the matlab some first world countries. अफगानिस्तान ने भी कहा कि वॉर जो हुई है उससे जो लॉसेस हो रहा है ये ट्रेड खुलता है तो हमारा अफगानिस्तान बहुत कुछ होगा। देखो देखो मैं कह रहा हूं कि इसका सब इस्तेमाल करेंगे मैं रोरिंग इकोनॉमीज की बात कर रहा हूं कैसे बनी वो रोरिंग इकोनॉमीज whether it was Germany, whether it was Japan, तहस नहस हो गया हिरोशिमा जब बम गया, whether it was England, सारे रोरिंग इकोनॉमी फर्स्ट वर्ल्ड कंट्रीज they digressed इन्होंने digress किया towards the manufacturing sector, the service sector, ठीक है but we are different we have an agrarian economy साडे किसान आज दिल्ली ਦੀਆਂ ਬਰੂਹਾਂ ਦੇ ਉੱਤੇ ਬੈਠੇ ਆ 60% we have to go to areas ਜਿੱਥੇ ਆਮ ਬੰਦੇ ਨੂੰ ਵਪਾਰ ਮਿਲੇਗਾ ਭਾਈ ਤੁਸੀਂ ਕਣਕ ਪ੍ਰੋਡਿਊਸ ਕਰੋ ਅੱਡ ਚੀਜ਼ ਹੈ ਤੁਸੀਂ ਰਾਈਸ ਪ੍ਰੋਡਿਊਸ ਕਰੋ ਔਰ ਰਾਈਸ 1 ਕਿਲੋ ਬਣਾਉਣੇ ਤੋਂ 5000 ਲੀਟਰ ਪਾਣੀ ਪੈਂਦਾ ਲੇਕਿਨ ਤੁਸੀਂ ਰਾਈਸ ਆਇਲ ਪ੍ਰੋਡਿਊਸ ਕਰੋ 20 ਗੁਣਾ ਕੀਮਤ ਹੈ ਉਹਦੀ ਤੁਸੀਂ ਰਾਈਸ ਬ੍ਰੈਨ ਪ੍ਰੋਡਿਊਸ ਕਰੋ 25 ਗੁਣਾ ਕੀਮਤ ਹੈ ਉਹਦੀ ਤੁਸੀਂ ਕੌਰਨ ਦੇ ਕੌਰਨਫਲੈਕਸ ਮੱਕੀ ਦੇ ਕੌਰਨਫਲੈਕਸ ਬਣਾ ਲਓ ਜਾਂ 4 ਗੁਣਾ ਕੀ ਤੁਸੀਂ ਕਣਕ ਦਾ ਆਟਾ ਹੀ ਬਣਾ ਲਓ ਡਬਲ ਹੈ ਡਬਲ ਟ੍ਰਿਪਲ ਹੈ ਤੇ ਉਹਦੇ ਬਿਸਕੁਟ ਬਣਾ ਲਓ 4 ਗੁਣਾ therefore the processing industry which has been much talked about has to be planned and put forward and that is the most important thing once you go into the derivatives ਜਿਹੜੇ ਅੱਜ ਵਰਲਡ ਦੇ ਵਿੱਚ ਸਭ ਤੋਂ ਵੱਧ ਕਮਾਈ ਹੋ ਰਹੀ ਹੈ ਔਰ ਮੈਂ ਠੋਕ ਕੇ ਕਹਿਣਾ ਚਾਹੁੰਦਾ ਭਾਜੀ ਕਿ ਦੋ ਚੀਜ਼ਾਂ ਸਭ ਤੋਂ ਵੱਧ ਅਹਿਮੀਅਤ ਰੱਖਦੀਆਂ ਨੇ ਕਿਸਾਨ ਦੀ ਆਮਦਨੀ ਇਹਨੂੰ ਧਿਆਨ ਨਾਲ ਸੁਣਨਾ ਕਿਸਾਨ ਦੀ ਆਮਦਨ ਤੇ ਨੌਜਵਾਨ ਦਾ ਰੋਜ਼ਗਾਰ ਮੈਡਮ ਆਈ ਹੈਵ ਟੂ ਔਰ ਨੌਜਵਾਨ ਦਾ ਰੋਜ਼ਗਾਰ ਇਹ ਦੋ ਚੀਜ਼ਾਂ ਸਭ ਤੋਂ ਅਹਿਮੀਅਤ ਰੱਖਦੀਆਂ ਨੇ ਔਰ ਜਦੋਂ ਇਹ ਪ੍ਰੋਸੈਸਿੰਗ ਇੰਡਸਟਰੀ ਜਿਹੜੀ ਕਿ ਗ੍ਰੇਟ ਸਪੋਰਟ ਸਿਸਟਮ ਹੈ ਫॉर ਆਰ ਫਾਰਮਿੰਗ ਸੈਕਟਰ ਮੈਂ ਕਿਉਂ ਗੱਲ ਕਰਦਾ ਕੋਲਡ ਸਟੋਰੇजेस ਦੀ ਮੈਂ ਕਿਉਂ ਗੱਲ ਕਰਦਾ ਕੋਆਪਰੇਟਿਵਸ ਦੀ ਜਿਸ ਤਰ੍ਹਾਂ ਤੁਸੀਂ ਕੋਆਪਰੇਟਿਵ ਦੇਖਿਆ ਨਹੀਂ ਵੇਰਕੇ ਦਾ ਤੁਸੀਂ ਦੇਖਿਆ ਨਹੀਂ ਅਮੂਲ ਦਾ ਮੈਂ ਕਿਉਂ ਗੱਲ ਕਰਦਾ ਕਿਉਂਕਿ ਇਹ ਫੈਸਿਲਿਟੇਟ ਕਰੇਗੀ ਇਹ ਡੈਰੀਵੇਟਿਵਸ ਤੋਂ ਪੈਸੇ ਕਮਾਉਣ ਦੀ ਇਹ ਅਸੀਂ ਜੋ ਖਾਂਦੇ ਹਾਂ ਉਗਾਉਂਦੇ ਹਾਂ ਦੱਸੋ ਮੈਂ ਤੁਹਾਨੂੰ ਐਲਾਨ ਕਰਕੇ ਦਿੰਦਾ ਅੱਜ ਔਰ ਮੈਂ ਉਦੋਂ ਕਹਿ ਚੁੱਕਿਆ ਪਹਿਲਾਂ ਕਿ ਐਤਕੀ ਪੰਜਾਬ ਸਰਕਾਰ ਦੇ ਜਿਹੜਾ ਪੰਜਾਬ ਮਾਡਲ ਹੈ ਔਰ ਇਹਨੂੰ ਧਿਆਨ ਨਾਲ ਸੁਣਨਾ ਇਹ ਵੱਡੀ ਗੱਲ ਕਹਿ ਰਿਹਾ ਮੈਂ ਐਤਕੀ ਪੰਜਾਬ ਸਰਕਾਰ ਦਾਲਾਂ ਦੇ ਉੱਤੇ ਆਇਲ ਸੀਡਸ ਦੇ ਉੱਤੇ ਪ੍ਰੋਕਿਉਰਮੈਂਟ ਕਰੇਗੀ ਐਮਐਸਪੀ ਠਹਿਰ ਯਾਰ ਐਮਐਸਪੀ ਦੇਗੀ ਕਿਉਂ ਕਾਲਾ ਪਿਆ ਟੀਆਰਪੀ ਲਈ ਐਮਐਸਪੀ ਦੇਗੀ ਮਤਲਬ ਐਮਐਸਪੀ ਦੇਗੀ ਦਾਲਾਂ ਦੇ ਉੱਤੇ ਕਿਉਂ ਅਸੀਂ ਹਜ਼ਾਰਾਂ ਕਰੋੜ ਦੀਆਂ ਦਾਲਾਂ ਇੰਪੋਰਟ ਕਰਦੇ ਹਾਂ ਕਿਉਂ ਨਹੀਂ ਕਰ ਸਕਦੇ ਭਾਈ ਕਿਉਂ ਨਹੀਂ ਕਿਸਾਨ ਨੂੰ ਦੇ ਸਕਦੇ ਜ਼ੋਨ ਕਿਉਂ ਨਹੀਂ ਬਣਾ ਸਕਦੇ ਕਿਉਂ ਨਹੀਂ ਪਾਣੀ ਬਚਾ ਸਕਦੇ ਕਿਉਂ ਅਸੀਂ ਕਰਜ਼ਾ ਲੈ ਕੇ ਟਿਊਬਵੈਲ ਲੈਂਦੇ ਆ ਤੇ ਕਿਉਂ ਕਰਜ਼ਾ ਲੈ ਕੇ ਟਿਊਬਵੈਲ ਲਾਉਂਦੇ ਆ ਤੇ ਪਾਣੀ ਕੱਢਦੇ ਆ ਤੇ ਕਿਉਂ ਅਸੀਂ ਪੰਜਾਬ ਨੂੰ ਬਰਬਾਦ ਕਰ ਰਹੇ 25 ਸਾਲ ਬਾਅਦ ਪਾਣੀ ਹੈ ਨਹੀਂ ਬੰਜਰ ਹੈ ਜ਼ਮੀਨ ਇਹ ਬੜੇ ਸੰਜੀਦਗੀ ਵਾਲੇ ਮੁੱਦੇ ਨੇ ਭਾਈ ਐਂਡ ਵੈਨ ਆਈ ਐਮ ਸੇਇੰਗ ਤੇ ਆਈ ਐਮ ਗਾਰੰਟੀਇੰਗ ਇਟ ਮੈਂ ਕਹਿ ਰਿਹਾ ਕਿ ਭਾਈ ਜੇ ਅਸੀਂ ਦਾਲਾਂ ਨੂੰ ਬਾਹਰੋਂ ਇੰਪੋਰਟ ਕਰ ਰਹੇ ਹਾਂ ਤੇ ਭਾਈ ਉਗਾ ਕੇ ਉਹ ਦੇ ਦਿਓ ਪ੍ਰੋਕਿਉਰਮੈਂਟ ਕਰੇ ਮਾਰਕਫੈਡ ਪ੍ਰੋਕਿਉਰਮੈਂਟ ਕਰੇ ਔਰ ਇਹ ਪੂਰੀ ਤਰ੍ਹਾਂ ਸੰਭਵ ਹੈ ਔਰ ਜਿਉਂ-ਜਿਉਂ ਕੋਲਡ ਸਟੋਰੇਜ ਬਣਨਗੇ ਤੇ ਸਬਜ਼ੀਆਂ ਲਈ ਵੀ ਸੰਭਵ ਹੈ ਐਮਐਸਪੀ ਨਹੀਂ ਮਿਲਦੀ ਤਾਂ ਨਹੀਂ ਉਹ ਕਰਦੇ ਜੀ ਦੇਖੋ ਜੀ ਐਮਐਸਪੀ ਉਹ ਕਿਉਂ ਨਾ ਕਰਨ ਜੀ ਮੈਨੂੰ ਦੱਸੋ ਉਹਨਾਂ ਨੇ ਕੀ ਕੀਤਾ ਕਿਸੇ ਨੇ
ਇਹਨਾਂ ਕਿਹਾ ਸਵਾਮੀਨਾਥਨ ਕਰਾਂਗੇ ਜੀ, ਡਬਲ ਕਰਾਂਗੇ ਜੀ ਇਨਕਮ ਤੁਹਾਡੀ 7000 ਹੋਣੀ ਚਾਹੀਦੀ ਸੀ ਐਮਐਸਪੀ ਹੈਗੀ ਹੈ। ਮੈਨੂੰ ਦੱਸੋ ਨਾ ਆ ਪ੍ਰਕਾਸ਼ ਸਿੰਘ ਬਾਦਲ ਨੇ ਇੱਥੇ ਲਿਆਂਦਾ ਕੰਟਰੈਕਟ ਫਾਰਮਿੰਗ ਐਕਟ 2013 ਦਾ ਕੰਟਰੈਕਟ ਫਾਰਮਿੰਗ ਐਕਟ ਨੋਟੀਫਾਈ ਹੋਇਆ, ਅਸੀਂ ਡੀ ਨੋਟੀਫਾਈ ਕੀਤਾ ਉਹਨੂੰ। ਉਹ 'ਚ ਕੀ ਸੀ? ਆਹੀ ਹੈ, ਸੇਮ ਐਕਟ ਹੈ, ਇੱਕ ਮੂੰਹ ਦੋ ਅੱਖਾਂ। ਮੈਂ ਕਹਿੰਦਾ ਉਹਦੇ 'ਚ ਤੁਸੀਂ ਇਨ ਬਿਨ, ਮੈਂ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀਗਾ ਸੇਮ ਬਿਲਕੁਲ। ਕਿਸਾਨ ਨੂੰ ਸਜ਼ਾ, ਕਿਸਾਨ ਨੂੰ ਜੇਲ੍ਹ, ਕਿਸਾਨ ਦੀ ਕੀਮਤ ਉਹ ਨਹੀਂ ਫਿਕਸ ਕਰ ਸਕਦਾ, ਸੀਡ ਉਹਨੂੰ, ਉਹਦਾ ਕੰਟਰੋਲ ਸਾਰਾ ਉਹਨਾਂ ਦੇ ਹੱਥਾਂ 'ਚ। ਭਾਈ ਦੁਨੀਆ ਦੇ ਵਿੱਚ ਕੋਈ ਇਹੋ ਜਿਹਾ ਬੰਦਾ ਹੈ ਜਿਹੜਾ ਆਪਣੀ ਚੀਜ਼ ਦੀ ਕੀਮਤ ਨਾ ਤੈਅ ਕਰੇ? ਮੈਨੂੰ ਦੱਸ ਦਿਓ ਕੋਈ। ਇੱਕ ਮਿੰਟ ਯਾਰ, ਕਿਸ ਤਰ੍ਹਾਂ ਗੜਬੜਾ ਜਾਏਗਾ? ਉਸੇ ਯਾਰ ਠਹਿਰ ਨਾ ਯਾਰ, ਉਸੇ ਦਾਲ ਨੂੰ ਤੁਸੀਂ ਬਾਹਰੋਂ ਇੰਪੋਰਟ ਕਰਦੇ ਹੋ, ਉਹਦੇ ਪੈਸੇ ਦਿੰਦੇ ਹੋ, ਤੇ ਭਾਈ ਉਹੀ ਪਾਸੇ ਰੱਖ ਲਓ ਤੇ ਕਹੋ ਆ ਜ਼ੋਨ ਹੈ ਉਗਾਓ ਤੇ ਦਿਓ। ਹੈ ਸਿਰਫ ਅਡਾਨੀ ਦੇ ਕਹਿਣ ਨਾਲ ਹੀ ਚੱਲਣਾ? ਅਡਾਨੀ ਨੂੰ ਦਿੰਦੇ ਆ ਮੈਕਸਿਮਮ ਸਪੋਰਟ ਪ੍ਰਾਈਸ, ਲਿਖੋ ਜੇ ਦਮ ਹੈ, ਮੈਕਸਿਮਮ ਸਪੋਰਟ ਪ੍ਰਾਈਸ। ਕਿੱਦਾਂ? ਜਿੰਨੀ ਐਫਸੀਆਈ ਹੈ ਸਾਰੀ ਮਾਰੀ, ਟੋਟਲ ਮਾਰੀ। 60 ਸਾਲਾਂ ਦੇ ਵਿੱਚ 91,000 ਕਰੋੜ ਰੁਪਇਆ ਕਰਜ਼ਾ, ਤੇ ਆ ਪਿਛਲੇ 50 ਸਾਲਾਂ ਦੇ ਵਿੱਚ 4 ਲੱਖ ਕਰੋੜ ਕਰਜ਼ਾ। ਕਿਉਂ? ਕਿਉਂਕਿ ਜਦੋਂ ਇਹਨੂੰ ਮਾਰ ਦੇਣਗੇ, ਔਰ ਇਹੀ ਸਪਲਾਈ ਪੈਸੇ ਇਹਨਾਂ ਨੇ ਦੇਣੇ ਆ, ਉਹ ਇਹਨਾਂ ਤੇ ਡਿਪੈਂਡੈਂਟ ਨੇ। ਜਦੋਂ ਇਹਨੂੰ ਮਾਰ ਦੇਣਗੇ, ਇਹਦੇ ਗੋਦਾਮਾਂ ਦੇ ਵਿੱਚ ਅਡਾਨੀ ਨੇ 70% ਸਟੋਰੇਜ ਆਲਰੇਡੀ ਸ਼ੁਰੂ ਕਰ ਦਿੱਤੀ ਹੈ। ਔਰ ਉਹਨੂੰ ਕੀ ਮੈਕਸਿਮਮ ਸਪੋਰਟ ਪ੍ਰਾਈਸ ਦਿੰਦੇ ਆ ਵੀ ਜੀ ਅਡਾਨੀ ਸਾਹਿਬ, ਜੇ ਤੁਹਾਡੇ ਸਟੋਰ 'ਚ 25% ਤੁਸੀਂ ਅਨਾਜ ਰੱਖਿਆ ਨਾ, ਤੇ ਤੁਹਾਨੂੰ ਬਾਕੀ 75 ਦਾ ਵੀ ਦਿਆਂਗੇ। ਵਾਹ, ਦੇਖੋ ਸਹੀ ਤੁਸੀਂ ਇਹਨਾਂ ਦੀ ਬੇਕਦਰੀ ਦੇਖੋ ਕਿ ਸਾਨੂੰ ਇਹਨਾਂ ਨੇ ਫੂਡ ਸਿਕਿਉਰਿਟੀ ਦੇ ਲਈ ਵਰਤਿਆ, ਔਰ ਕਾਂਗਰਸ ਲਈ ਸੀ ਫੂਡ ਸਿਕਿਉਰਿਟੀ, ਐਮਐਸਪੀ ਲਈ ਵਰਤਿਆ, ਗਰੀਬਾਂ ਨੂੰ ਪੀਡੀਐਸ ਦਿੱਤਾ, ਸਸਤਾ ਅਨਾਜ। ਹੁਣ ਉਹ ਗਰੀਬ ਵੀ 67 ਕਰੋੜ ਤੋਂ 40 ਕਰੋੜ ਸ਼ਾਂਤਾ ਕੁਮਾਰ ਰਿਪੋਰਟ ਕੀਤੀ। ਉਹ ਸ਼ਾਇਦ ਤੁਹਾਡੇ ਕੋਲ ਕਿਹੜੀ ਗਿੱਦੜ ਸਿੰਘੀ ਹੈ ਵੀ ਤੁਸੀਂ ਕਿਹੜੇ ਅੰਕੜਿਆਂ ਦੇ ਨਾਲ 67 ਕਰੋੜ ਤੋਂ ਉਹਨੂੰ 40 ਕਰੋੜ ਕਰਤਾ? ਬਈ ਕੋਈ ਦੱਸੇ ਮੈਨੂੰ, ਸਮਝਾ ਦੇ। ਤੁਹਾਨੂੰ ਤਾਂ ਇਹ ਨਹੀਂ ਪਤਾ ਗਰੀਬ ਕੌਣ ਹੈ? ਪਿਛਲੇ 11 ਸਾਲ ਦਾ ਤੁਹਾਡੇ ਕੋਲ ਸਰਵੇ ਹੈ ਨਹੀਂ ਜਿਹੜਾ ਇਹ ਦੱਸਦੇ ਵੀ ਗਰੀਬ ਕੌਣ ਹੈ, ਤੇ ਤੁਸੀਂ ਕਿਵੇਂ ਗਰੀਬ ਘਟਾਤੇ ਭਾਈ 67 ਕਰੋੜ ਚੋਂ। ਹੁਣ ਜਦੋਂ ਗਰੀਬ ਘਟਾਈ ਜਾਂਦੇ ਆ, ਇਹਨੂੰ ਮਾਰੀ ਜਾਂਦੇ ਐਫਸੀਆਈ ਨੂੰ, ਇਹ ਪ੍ਰੋਕਿਉਰਮੈਂਟ ਬੰਦ ਕਰਨਗੇ। ਸਟੋਰੇਜ ਦੇਤੀ ਅਡਾਨੀ ਦੇ ਹੱਥ, ਪ੍ਰੋਕਿਉਰਮੈਂਟ ਦੇਤੀ ਅਡਾਨੀ ਦੇ ਹੱਥ, ਜਿਹੜੀ ਵਿਕਣਾ ਹੈ ਸਮਾਨ, ਉਹ ਹੁਣ ਵਿਕਣਾ ਆਨਲਾਈਨ। ਧਿਆਨ ਨਾਲ ਸਮਝ ਲਿਓ ਇਸ ਗੱਲ, ਉਹ ਆਨਲਾਈਨ ਵਿਕਣਾ ਹੈ। ਫੋਨ ਚੱਕਣਾ ਹੈ ਤੇ ਤੁਸੀਂ ਆਨਲਾਈਨ ਸਮਾਨ ਵੇਚਣਾ, ਤੇ ਆਨਲਾਈਨ ਜਿੰਨੀ ਰਿਟੇਲ ਹੈ 110 ਕਰੋੜ ਹਿੰਦੁਸਤਾਨੀਆਂ ਦੀ ਰਿਟੇਲ ਇਹਨਾਂ ਨੇ ਅੰਬਾਨੀ ਨੂੰ ਦਿੱਤੀ। ਦਮ ਨਹੀਂ ਹੈ ਨਾ ਛਾਪਣ ਦਾ ਕਿਸੇ ਦਾ। ਮੈਂ ਕਹਿੰਦਾ ਠੋਕੋ ਛਾਪੋ, ਲਾ ਮੇਰਾ ਕੀ ਲੈ ਜਾਣਗੇ? ਮੈਂ ਕਹਿੰਦਾ ਕਿ ਦੇਤੀ ਦਾ ਮਤਲਬ ਦੇਤੀ, ਸਮਝਿਆ ਨਹੀਂ? ਉਹ ਫੇਸਬੁੱਕ ਦੇ ਨਾਲ ਤੇ ਉਹਦੇ ਨਾਲ ਸਾਈਨ ਸੂਈਨ ਕਰਕੇ ਇਟਸ ਗੋਨ, ਇਟਸ ਆਲਰੇਡੀ ਦੇਅਰ। ਇੱਥੇ ਕਈ ਚੈਨਲ ਵੀ ਨੇ ਜਿਹੜੇ ਉਹਨਾਂ ਦੇ ਨੇ, ਉਹਨਾਂ ਨੂੰ ਮੈਂ ਚੰਗਾ ਨਹੀਂ ਲੱਗਦਾ, ਨਾ ਲੱਗੇ, ਮੇਰਾ ਕੀ ਖੋਲਣ। ਮੈਂ ਕਿਹਾ ਮੇਰੀ ਗੱਲ ਨੂੰ ਸੁਣ, ਇਹ ਟੁੱਟਣਾ ਤਾਂ ਹੀ ਹੈ ਜੇ ਵਿਚਾਰਾਂ ਨਾਲ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਜਾ ਕੇ ਲੜਾਈ ਲੜੀ ਜਾਏਗੀ। ਸਰ ਕੀ ਸੂਬਾ ਸਰਕਾਰ ਛੋਟੇ ਕੋਆਪਰੇਟਿਵਸ ਬਣਾਏਗੀ 4-4 5-5? ਮੈਂ ਤੁਹਾਨੂੰ ਆਸ਼ਵਾਸਨ ਦੇਣਾ ਕਿ ਪੰਜਾਬ ਮਾਡਲ ਇਹੀ ਹੈ, ਇਹੀ ਹੈ ਪੰਜਾਬ ਮਾਡਲ। ਡੈਰੀਵੇਟਿਵਸ ਇਹੀ ਹੈ ਪੰਜਾਬ ਮਾਡਲ ਕਿ ਭਾਈ ਕਿਸਾਨੀ ਦੇ ਲਈ ਇੱਕ ਰੋਡ ਮੈਪ, ਇਹੀ ਹੈ ਪੰਜਾਬ ਮਾਡਲ। ਪੰਜਾਬ ਮਾਡਲ ਬਿਲਕੁਲ ਨਹੀਂ ਕਹਿੰਦਾ ਵੀ ਖਜ਼ਾਨਾ ਖਾਲੀ ਹੈ ਭਾਈ। ਪੰਜਾਬ ਮਾਡਲ ਕਹਿੰਦਾ ਵੀ ਆਹ ਲੈ ਵੀ ਚੋਰੀ ਨੂੰ ਇੱਥੇ ਨੱਕਾ ਲਾ ਤੇ ਇੱਥੇ ਪਾ, ਤੇ ਇੱਥੇ ਪਾ ਕੇ ਸਰਕਾਰੀ ਸਕੀਮਾਂ 'ਚ ਪਾ ਕੇ ਡਬਲ ਕਰ, ਤੇ ਡਬਲ ਕਰਕੇ ਟ੍ਰਿਪਲ ਕਰਕੇ ਲੋਕਾਂ ਨੂੰ ਵਾਪਸ ਮੋੜ। ਇਹ ਪੰਜਾਬ ਮਾਡਲ ਹੈ। ਤੇ ਡੰਕੇ ਦੀ ਚੋਟ ਤੇ ਕਹਿੰਦਾ ਕੋਈ ਖੜ ਜੇ, ਇਹ ਕਹਿੰਦੇ ਆ ਜੀ ਇੱਥੇ ਨਕਲੀ ਕੇਜਰੀਵਾਲ ਫਿਰਦਾ। ਮੈਂ ਕਹਿੰਦਾ ਇੱਥੇ ਕਿੰਨੇ ਹੀ ਨਕਲੀ ਸਿੱਧੂ ਫਿਰਦੇ ਆ। ਮੈਂ ਕਿਹਾ ਤੁਹਾਨੂੰ ਆਪ ਨੂੰ ਪਤਾ ਲੱਗੂ ਕਿੰਨੇ ਹੀ ਨਕਲੀ ਸਿੱਧੂ ਫੋਟੋ ਸਟੇਟ ਤੇ ਖੜ ਜਾਂਦੇ। ਸਿੱਧੂ ਕਹਿੰਦਾ ਟੱਕ ਦੇਣੇ ਜਾਂ ਛਾਪ ਦਿੰਦੇ, ਠਾਂ ਦੇਣੇ ਛਾਪ ਦਿੰਦੇ ਆ। ਅੱਛਾ ਨਕਲ ਮੇ ਵੀ ਅਕਲ ਚਾਹੀਏ। ਲੱਲਾ ਪੁੱਛ ਉਹਨੂੰ ਜਿਹੜਾ ਅੱਜ ਕਹਿੰਦਾ ਸੀਗਾ ਇਹ 20,000 ਕਰੋੜ ਸੈਂਡ ਤੋਂ ਕਿੱਥੋਂ ਲਿਆਂਗਾ, ਦੱਸ। ਸੱਜੇ ਖੱਬੇ ਨਹੀਂ, ਸ਼ਰਾਬ ਬਾਰੇ ਬੋਲਦੇ ਨਹੀਂ ਕਿਉਂਕਿ ਸ਼ਰਾਬ ਪ੍ਰਾਈਵੇਟਾਈਜ਼ ਕਰਤੀ। ਹਰ ਗਲੀ 'ਚ ਖੁੱਲਿਆ, ਹਰ ਹੈ। ਮੈਂ ਕਿਹਾ ਦੇਖੋ ਜਿਹੜੇ ਬੰਦੇ 'ਚ ਐ ਵੀ ਹੈ ਨਹੀਂ, ਜਿਹੜੇ ਬੰਦੇ 'ਚ ਚੋਰੀ, ਮੇਰੀ ਕਿਹੜੀ ਰੇਤ ਦੀ ਖੱਡ ਹੈ? ਤੂੰ ਦੱਸ ਮਿੱਤਰਾ, ਤੂੰ ਤੇ ਫਟ ਆਇਆ ਇਹਦੇ ਵਾਲੇ ਫੜ ਕੇ ਲੈਣਾ ਨਾ। ਮੇਰੇ ਮੁੰਡੇ ਦੇ, ਮੇਰੀ ਕੁੜੀ ਦੇ, ਮੇਰੀ ਘਰ ਵਾਲੀ ਦਾ ਕੋਈ ਇੱਕ ਬਿਜ਼ਨਸ ਹੋਵੇ ਤਾਂ ਦੱਸ। ਨਵਜੋਤ ਸਿੰਘ ਸਿੱਧੂ 40 ਕਰੋੜ ਕਮਾਉਂਦਾ ਸੀ, ਅੱਜ 40,000 ਕਮਾਉਂਦਾ, ਲੇਕਿਨ 40,000 4 ਲੱਖ ਕਰੋੜ ਨਾਲ ਉੱਤੇ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਵਿੱਚ ਇੱਕ ਤਾਂਘ ਹੈ ਕਿ ਪੰਜਾਬ ਸੰਵਾਰਨਾ ਹੈ, ਔਰ ਪੰਜਾਬ ਦੇ ਕਲਿਆਣ 'ਚ ਨਵਜੋਤ ਸਿੰਘ ਸਿੱਧੂ ਦਾ ਕਲਿਆਣ ਹੈ, ਔਰ ਕਲਿਆਣ ਐਂ ਹੀ ਹੋਣਾ।
ਸਿੱਧੂ ਸਾਹਿਬ ਪੰਜਾਬ ਮਾਡਲ ਮੁਕੰਮਲ ਤੌਰ ਤੇ ਕਦੋਂ ਸਾਹਮਣੇ ਆਏਗਾ? ਦੇਖੋ ਗੁਪਤ ਵਿਚਾਰ ਪ੍ਰਗਟ ਨਹੀਂ ਕਰੀਦੇ ਹੁੰਦੇ, ਆਏਗਾ ਜੇ ਹੈ ਤੇ ਆਏਗਾ। ਦੂਜੀ ਗੱਲ ਦੇਖੋ, ਮੈਂ ਵੀ ਤੇ ਬੇਸਬਰੀ ਨਾਲ, ਦੇਖੋ ਮੈਂ ਵੀ ਤੇ 14 ਸਾਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਕਿ ਪੰਜਾਬ ਹੁਣ ਉੱਠੇਗਾ। ਸਰਕਾਰਾਂ ਬਣਾ ਕੇ ਦਿੱਤੀਆਂ, ਐ ਪਿੱਠ ਦਿਖਾਈ, ਸਮਝਦੇ ਹੋ? ਤੇ ਬੇਵਕੂਫ ਬਣਾਉਣ ਨੂੰ ਜਦੋਂ ਆਏ ਤੇ ਸਿੱਧੂ ਕਹਿੰਦਾ ਪੁੱਛੋ ਦੱਸੋ ਇਹ ਕਿੱਥੇ ਲਿਆਉਣਗੇ ਪੈਸੇ? ਹੈ ਕਿਸੇ ਕੋ ਉੱਤਰ? ਮੈਨੂੰ ਦੱਸ ਦੇਵੇ ਉੱਤਰ। 26 ਲੱਖ ਨੌਕਰੀ, 93,000 ਕਰੋੜ, 1,000 ਰੁਪਈਆ ਕਿਉਂ ਬਈ? ਨਿਕੰਮੇ ਆ ਪੰਜਾਬੀਆਂ ਨਾਲੋਂ ਅਣਖਾਲਾ ਬੰਦਾ ਕੋਈ ਨਹੀਂ। ਸਾਡੀਆਂ ਧੀਆਂ ਭੈਣਾਂ ਨੂੰ ਤੁਸੀਂ 1,000 ਰੁਪਏ ਦਿਓਗੇ, ਉੱਥੇ ਦਿੱਤਾ ਕਿਉਂ? ਇੱਥੇ ਇਲੈਕਸ਼ਨ ਦਾ ਸੀਜ਼ਨ ਹੈ ਤਾਂ ਭਾਈ ਦੱਸ ਨਾ ਕਿ 1,000 ਰੁਪਈਆ ਕਿਸੇ ਨੇ ਲੈਣਾ? ਮੇਰੀ ਘਰ ਵਾਲੀ ਨੂੰ ਮੈਂ ਭਗਾ ਕੇ ਮਾਰੂ। ਖਰਾਚ ਖਾਨੇ ਆ। ਪੰਜਾਬੀ ਭੀਖ ਨਹੀਂ ਮੰਗਦਾ, ਨਾ ਭੀਖ ਚਾਹੀਦੀ ਹੈ। ਪੰਜਾਬੀਆਂ ਨੂੰ ਪੈਰਾਂ ਤੇ ਖੜੋ। ਬਿਜਲੀ, ਮੈਂ ਫੇਰ ਕਹਿ ਰਿਹਾ, ਬਿਜਲੀ ਤੁਸੀਂ 3 ਰੁਪਏ ਦਿਓ, ਪੰਜਾਬੀ ਖਰੀਦਣ ਨੂੰ ਤਿਆਰ ਹੈ। 24 ਘੰਟੇ ਦਿਓ, 6 ਰੁਪਏ ਦਿਓ। ਆਂਦੇ ਜੀ ਕਮਰਸ਼ੀਅਲ ਐ ਕਰ ਰਹੇ। 13 ਰੁਪਏ ਬਿਜਲੀ ਹੈ ਦਿੱਲੀ, ਜਾ ਦੇਖੋ, ਜਾਓ ਦਿੱਲੀ ਮਾਡਲ, 13 ਰੁਪਏ। ਉੱਥੇ ਨਾਲ ਟੈਕਸ ਦੇ ਉੱਪਰ 13 ਰੁਪਏ, ਇੱਥੇ 9 ਹੈ, ਮੈਂ ਕਹਿੰਦਾ 6 5। ਤੇ ਭਾਈ ਉਹ ਭਾਈ ਮੇਰੀ ਗੱਲ ਨੂੰ ਸੁਣੋ। ਕੁਛ ਤੋਂ ਲੋਕ ਕहेंगे लोगों का काम है कहना, ਤੁਸੀਂ ਕੀ ਕੀਤਾ? ਕੁਕੜੀ ਦੇ ਫੰਗਾ ਵਾਂਗ ਖਿਲ ਰਿਹਾ ਪਿਆ ਝਾੜੂ, ਕਰ ਇਕੱਠਾ ਹੈ। ਕੀ ਕਹਿਣਾ? ਉਹ ਕਹਿੰਦੇ ਜੀ ਕਚਰਾ ਨਹੀਂ ਲੈਣਾ ਕਾਂਗਰਸ। ਕੀ ਕਹਿਣਾ? ਕਹਿੰਦੇ 5:30 ਹੋ ਗਏ, ਬਸ ਕਰੀਏ ਹੁਣ। ਮੈਡਮ ਜੀ ਤੁਸੀਂ ਦੱਸੋ। ਕਈ ਵਿਧਾਇਕ ਆਉਣਾ ਚਾਹੁੰਦੇ ਨੇ ਜੀ। ਹਾਂਜੀ, ਕਈ ਵਿਧਾਇਕ ਆਉਣਾ ਚਾਹੁੰਦੇ ਨੇ। ਕਿੱਥੇ ਜੀ? ਆਮ ਆਦਮੀ ਪਾਰਟੀ ਚ। ਅੱਛਾ, ਲੈਣਾ ਨਹੀਂ ਚਾਹੁੰਦਾ ਕੂੜਾ। ਇਹਨਾਂ ਗੱਲਾਂ ਕਰਕੇ ਹੀ ਪੰਜਾਬ ਡੁੱਬਿਆ। ਇਹਦਾ ਕੀ ਤਾਲੁਕ ਹੈ ਪੰਜਾਬ ਦੇ ਵਿਕਾਸ ਦੇ ਨਾਲ? ਭਟਕਾ ਦਿਓ, ਭਰਮਾ ਦਿਓ, ਝੂਠ ਨੂੰ ਸੱਚ ਬਣਾ ਦਿਓ, ਹੈ ਸ਼ੁਰਲੀਆਂ ਛੱਡ ਦਿਓ, ਸ਼ਗੂਫੇ ਲਾ ਦਿਓ। ਤੇ ਮੇਰੀ ਗੱਲ ਨੂੰ ਸੁਣੋ ਨਾ, ਮੈਂ ਜਿਹੜੀ ਗੱਲ ਕਰਦਾ ਇਹਦੇ ਤੇ ਤਾਂ ਕੋਈ ਗੱਲ ਕਰਦਾ ਨਹੀਂ ਭਾਈ। ਸਭ ਤੋਂ ਵੱਡੀ ਗੱਲ, ਪੰਜਾਬ ਕਿੱਦਾਂ ਉਭਰੂ? ਸਾਰਿਆਂ ਨੂੰ ਸਵਾਲ ਹੈ ਦਿਮਾਗ 'ਚ, ਉਭਰੂ ਕਿੱਦਾਂ ਭਾਈ? ਕਿੱਦਾਂ ਕੱਢੂ? ਕੌਣ ਕੱਢੂ? ਕਿੱਦਾਂ ਕੱਢੂ? ਕੌਣ ਕੱਢੂ? 7 ਲੱਖ ਕਰੋੜ ਨੀਤੀਆਂ ਨਾਲ ਕੱਢੂ। ਧਿਆਨ ਨਾਲ ਸਮਝੀ, ਸ਼ਗੂਫਿਆਂ ਨਾਲ, ਸਕੀਮਾਂ ਨਾਲ, ਜੁਗਾੜਾਂ ਨਾਲ ਨਹੀਂ ਨਿਕਲਣਾ। ਵੀ 2 ਮਹੀਨੇ ਦੇ ਜੁਗਾੜ ਦੇ ਦਿਓ। 2022 ਮਾਰਚ ਤੋਂ ਬਾਅਦ ਹੈ ਪੰਜਾਬ 5 ਸਾਲ। ਕੀ 5 ਸਾਲ ਇਹ ਸਹੂਲਤਾਂ ਦੇ ਦਿਆਂਗੇ? ਇਹ ਸਵਾਲ, ਇਹ ਬੇਟਾ ਸਵਾਲ ਕਰ। ਸਿੱਧੂ ਸਾਹਿਬ ਤੇ ਜੇ ਕੋਈ ਵਾਕਈ ਪੰਜਾਬ ਦੀ ਸੇਵਾ ਕਰਨਾ ਚਾਹੁੰਦਾ, ਇਹ ਸਵਾਲ ਹੈ ਕਿ ਮੈਂ ਉਹੀ ਪੁੱਛਣ ਲੱਗਿਆ, ਜਿਹੜੀ ਤੁਸੀਂ ਅੱਜ ਗੱਲ ਕਹੀ ਹੈ, ਅਸੀਂ ਕਹਿ ਸਕਦੇ ਕਿ ਤੁਹਾਡੇ ਪੰਜਾਬ ਮਾਡਲ ਦਾ ਉਹ ਇੱਕ ਟ੍ਰੇਲਰ ਹੈ, ਜਿਹੜੀ ਤੁਸੀਂ ਅੱਜ ਇੱਕ ਵਿਜ਼ਨ ਦਾ। ਮੈਂ ਕਹਿੰਦਾ ਬਿਲਕੁਲ ਬਿਲਕੁਲ ਇਹ ਵੀ ਹੈ। ਮੈਂ ਵੈਸੇ ਨਾਰਮਲੀ ਮੰਨਿਆ ਨਹੀਂ ਕਦੇ ਵੀ ਸ਼ਾਰਟਕਟ ਹੈ, ਲੇਕਿਨ ਸਾਡੇ ਲਈ ਸ਼ਾਰਟਕਟ ਹੈ ਭਾਈ। ਸਾਡੇ ਤੁਸੀਂ ਸਾਡੀ ਕਿਸਮਤ ਦੇ ਉੱਤੇ ਤਾਲੇ ਲਾਤੇ। ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਸੀ ਇਹ, ਹੁਸ਼ਿਆਰਪੁਰੀਏ। ਆਓ ਹੁਸ਼ਿਆਰਪੁਰ ਤੋਂ ਚਿੱਟੇ ਕੁੜਤੇ ਪਜਾਮੇ ਪਾ ਕੇ ਘੋੜਿਆਂ ਦੇ ਉੱਤੇ ਬਲਕ ਬੁਖਾਰੇ ਜਾਂਦੇ ਹੁੰਦੇ ਸੀ, ਤੇ ਉੱਥੇ ਵਿਆਹ ਵੀ ਕੀਤੇ ਹੁੰਦੇ ਸੀ, ਤੇ ਮਹਾਰਾਜ ਗਾਣੇ ਗਾਉਂਦੇ ਹੁੰਦੇ ਸੀ, ਜੋ ਸੁਖ ਛੱਜੂ ਦੇ ਚੁਬਾਰੇ ਨਾ ਬਲਕ ਨਾ ਬੁਖਾਰੇ। ਇਹ ਕੋਈ ਅੱਜ ਦੀ ਇਹ ਮੁਹਾਵਰੇ? ਇਹ ਪੁਰਾਣੇ ਨੇ। ਮੇਰਾ ਪਿਓ ਇਸਲਾਮੀਆ ਕਾਲਜ ਜਾਂਦਾ ਹੁੰਦਾ, ਸ਼ਾਮ ਨੂੰ ਖੇਡ ਖੂਡ ਕੇ ਵਾਪਸ ਆ ਜਾਂਦਾ ਹੁੰਦਾ। ਤੇ ਕਿਉਂ ਅੱਜ ਕਿਉਂ ਨਹੀਂ ਭਾਈ? ਮੈਂ ਸਰਕਾਰਾਂ ਨੂੰ ਉਦੋਂ ਮੰਨੂਗਾ, ਔਰ ਅੱਜ ਦਾ ਨਹੀਂ, ਮੈਂ ਇਹ ਪਿਛਲੇ 17 ਸਾਲ ਦਾ ਹੀ ਕਹਿਣਾ। ਜਦਾਂ ਆਇਆ ਵੀ ਜਦੋਂ ਸਾਗ ਮੋਕੀ ਦੀ ਰੋਟੀ ਖਾ ਕੇ ਕੋਈ ਪੰਜਾਬੀ ਇੱਥੋਂ ਅੰਮ੍ਰਿਤਸਰੋਂ ਜਾ ਕੇ ਉਧਰ ਜਾਊਗਾ, ਬਿਰਿਆਨੀ ਬਰੂਨੀ ਖਾ ਕੇ ਆਪਦੀ ਤਜਾਰਤ ਕਰਕੇ ਸ਼ਾਮ ਨੂੰ ਘਰੇ ਮੁੜਿਆ ਆਊਗਾ, ਸਰਕਾਰਾਂ ਉਦੋਂ ਮੰਨੂਗਾ ਮਿੱਤਰਾ। ਸਮਝ ਲੈ, ਇਹ ਗੱਲ ਪੱਕੀ ਹੈ। ਔਰ ਮੈਂ ਆਪਦੇ ਲਈ ਨਹੀਂ ਕਹਿੰਦਾ। ਮੇਰੇ ਹਾਰਨ ਜਿੱਤਣ ਨਾਲ ਕੁਝ ਨਹੀਂ ਹੋਣਾ। ਇਹ ਆਪਸੀ ਬੈਟਲ ਨਾ ਬਣਾਓ। ਇਹ ਛੋਟੀਆਂ ਕਿਹੜਾ ਨਾ ਕੱਢੋ, ਇੱਕ ਦੂਜੇ ਨੂੰ ਗਾਲਾਂ ਨਾ ਕੱਢੋ। ਓਏ ਯਾਰ, ਜਦੋਂ ਤੁਸੀਂ ਪੰਜਾਬ ਰਹਿਣ ਜੋਗਾ ਹੀ ਨਹੀਂ ਛੱਡਣਾ, ਫਿਰ ਕੀ ਕਰੋਗੇ? ਇਦੋਂ ਸ਼ਰਮ ਦੀ ਗੱਲ ਹੈ ਕਿ 67,000 ਕਰੋੜ ਰੁਪਏ ਦਾ ਸਮਾਨ ਵਿਕ ਗਿਆ, ਜ਼ਮੀਨਾਂ ਵਿਕ ਗਈਆਂ, ਔਰ ਸਾਡੇ ਨੌਜਵਾਨ ਬਾਹਰ ਜਾਈਏ। ਸਾਡਾ ਸਰਮਾਇਆ ਭਾਈ, ਕੀ ਓਪਰਚੁਨਿਟੀ ਅਸੀਂ ਦੇ ਰਹੇ ਹਾਂ ਉਹਨਾਂ ਨੂੰ? ਉਹ ਟੈਲੈਂਟ, ਉਹਨੂੰ ਓਪਰਚੁਨਿਟੀ ਚਾਹੀਦੀ ਹੈ। ਅੱਜ ਅਖੀਰ 'ਚ ਮੈਂ ਕਹਿੰਦਾ, ਕਿਸਾਨ ਦੀ ਆਮਦਨ, ਨੌਜਵਾਨ ਨੂੰ ਰੋਜ਼ਗਾਰ, ਔਰ ਰੋਜ਼ਗਾਰ ਵੀ ਇਹ ਜਿਹਾ ਇਹ ਨਹੀਂ ਕਿ ਦੇ ਵਿਲ ਬੀ ਜੌਬ ਸੀਕਰਸ, ਦੇ ਵਿਲ ਬੀ ਜੌਬ ਪ੍ਰੋਵਾਈਡਰਸ, ਜੌਬ ਕ੍ਰੀਏਟਰਸ। ਫਿਰ ਪਰਚੇ ਦਾ ਜ਼ਿਕਰ ਕਿਉਂ ਸਰ? ਸਿੱਧੂ ਸਾਹਿਬ ਕਹਿੰਦੇ ਪਰਚਾ ਕਿਉਂ ਕਿਹਾ ਜਾ ਰਿਹਾ ਚਰਨਜੀਤ ਸਿੰਘ ਚੰਨੀ ਵੱਲੋਂ ਕਿ ਜੇਕਰ ਕੋਈ ਟੈਂਕੀ ਤੇ ਚੜੂਗਾ ਪਰਚਾ ਕੀਤਾ ਜਾਊਗਾ? ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਮਿੱਤਰਾ। ਗੁੱਡ ਬਾਏ। ਸਿੱਧੂ ਸਾਹਿਬ
ਪਾਈਟੈਕਸ ਮੈਂ ਕਹਿੰਦਾ ਦੇਖੋ ਤੁਸੀਂ ਦੇਖੋ 15 ਸਾਲ ਹੋ ਗਏ ਸਾਨੂੰ ਲੱਗਿਆ ਕਿ ਅਸੀਂ ਇੰਡੋ ਪਾਕ ਟ੍ਰੇਡ ਖੁਲਾਉਣਾ ਚਾਹੁੰਦੇ ਹਾਂ। ਦੇਖੋ ਕੀ ਕਹਿ ਰਿਹਾ ਹੈ ਬੋਲੋ ਦੇਖੋ ਅਸੀਂ ਪਿਛਲੇ 15 ਸਾਲ ਤੋਂ ਇੱਥੇ ਪਾਈਟੈਕਸ ਕਿਉਂ ਲਾ ਰਹੇ ਹਾਂ। ਅਸੀਂ ਸ਼ੁਰੂ ਕੀਤਾ ਸੀ ਇੰਡੋ ਪਾਕ ਟ੍ਰੇਡ ਔਰ ਇੰਡੋ ਪਾਕ ਟ੍ਰੇਡ ਦੇ ਵਾਸਤੇ ਹੀ ਅਸੀਂ 15 ਸਾਲ ਤੋਂ ਐਗਜ਼ੀਬਿਸ਼ਨ ਇੱਥੇ ਅੰਮ੍ਰਿਤਸਰ ਲਾ ਰਹੇ ਹਾਂ। ਔਰ ਅੱਜ ਵੀ ਸਾਡਾ ਜ਼ੋਰ ਹੈ, ਜਗ੍ਹਾ ਅਲਾਟ ਹੈ, 9.5 ਏਕੜ ਜਗ੍ਹਾ ਅਲਾਟ ਹੈ ਪੁਰਾਣੀ ਜੇਲ੍ਹ ਦੇ ਕੋਲ। ਸਰਕਾਰ ਹਿੰਮਤ ਕਰੇ ਔਰ ਸਾਨੂੰ ਐਗਜ਼ੀਬਿਸ਼ਨ ਸੈਂਟਰ ਇੱਥੇ ਬਣਾ ਕੇ ਦੇਵੇ। Sir, I am just a law-abiding citizen. I am not any famous person. But one thing I would like to ask you: what is your global vision on artificial intelligence or something like technology, which the youngsters want to see? Yeah, it is a fantastic question. It is, sir. Everybody is talking about the farmers, but what about the youngsters? No. Where's the education? We've spoken about the youngsters, man. You are absolutely right. What happens is, madam, ਯਾਰ ਇਹ ਹੁਣ ਤੁਸੀਂ ਭਟਕਾ ਨਾ ਦਈਓ ਗੱਲ ਕਿਤੇ ਮੈਂ what happens is, madam, that health systems respond after years of investment. Sir, I do understand. Understand? Education and health are offshoots of states which have income, states which stand on their own feet, states which are not debted, states which do not take borrowed money and then return it as borrowed money. So therefore, madam, 25-30 ਸਾਲਾਂ ਦੇ ਵਿੱਚ ਇਹ ਵਿਗੜਿਆ 5 ਸਾਲ ਲੱਗਣਗੇ। Sir, ਇੱਕ ਵਾਰ ਪੁੱਠੀ ਰਾਹ ਤੇ ਤੁਰੋ ਨਾ, ਇੱਕ ਵਾਰ ਪੁੱਠੀ ਰਾਹ ਤੇ ਤੁਰੋ ਤੇ ਸਿੱਧੀ ਰਾਹ ਤੇ ਆਉਣਾ ਬੜਾ ਔਖਾ ਹੁੰਦਾ। I appreciate, sir, you are a very good orator. But let the global vision be in the It will be agenda. there. ਮੈਂ ਕਹਿੰਦਾ ਤੁਹਾਡੇ ਇੱਥੇ We ਤੇ are ਸੁਣਾ just a law-abiding citizen, nothing else. Madam. We obey whatever you say. it will be 200% in the Punjab model. Chalo, then I'll be taking your autograph. Love you. God bless you. ਸਿੱਧੂ ਸਾਹਿਬ ਕਹਿੰਦੇ